माज महला पंजवा। चरण ठाकुर के हृदय समाने, कल कलेश सब दूर पै आने। मेरे ਹਿਰਦੇ ਦੇ ਵਿੱਚ, ਮੇਰੇ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਸਮਾਣੇ ਤੋਂ ਭਾਵ ਸਮਾ ਗਏ ਜਾਂਦੇ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਜਿਹਦੇ ਵੀ ਸਮਾਏ ਨੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ, ਚਿੱਤ ਚਰਨ ਨਾਮ ਵਾਹਿਗੁਰੂ। ਕਲ ਕਲੇਸ਼ ਸਭ ਦੂਰ ਪਏ ਆਣੇ, ਇਸ ਤਰ੍ਹਾਂ ਬੋਲਣਾ ਹੈ, ਪਏ ਆਣੇ। ਜਿਹਦੇ ਪ੍ਰਤਾਪ ਕਰਕੇ ਕਲਪਨਾ ਤੇ ਕਲੇਸ਼ ਸਾਰੇ ਦੂਰ ਪਏ ਆਣੇ ਤੋਂ ਭਾਵ ਚਲੇ ਗਏ, ਪਿਆਨਾ ਕਰ ਗਏ। ਪਿਆਨੇ ਤੋਂ ਹੀ ਪਾਠ ਲਿਆ, ਪਏ ਆਣੇ। ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਜਿਨ੍ਹਾਂ ਨੇ ਸੰਤਾਂ ਦੇ ਸਤਸੰਗ ਵਿੱਚ ਜਾ ਕੇ ਨਿਵਾਸ ਕੀਤਾ ਹੈ। ਮੰਨ ਲਓ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ। ਸਤਿਗੁਰੂ ਸ਼ਾਂਤ ਚਿੱਤ, ਸਾਰਿਆਂ ਦੇ ਮਾਲਕ, ਸਾਰੇ ਮਹਾਤਮਾ ਨੂੰ ਜਨਮ ਦੇਣ ਵਾਲੇ, ਭਗਤਾਂ ਦੇ ਮਾਲਕ, ਭਗਤਾਂ ਦਾ ਆਸਰਾ, ਸ੍ਰਿਸ਼ਟੀ ਦੇ ਮਾਲਕ, ਜਿਨ੍ਹਾਂ ਨੇ ਸਤਸੰਗਤ ਦੇ ਵਿੱਚ ਨਿਵਾਸ ਕੀਤਾ ਹੈ ਜਾਂ ਪੂਰਨ ਮਹਾਤਮਾ ਦੀ ਸੰਗਤ ਕਰ ਲਈ ਹੈ, ਉਹਨਾਂ ਨੂੰ ਸ਼ਾਂਤੀ ਸੁੱਖ ਤੇ ਸਹਿਜ ਹੁੰਦਾ। ਗਿਆਨ ਦੇ ਅਨੁਭਵ ਕਰਨ ਵਾਲੀ ਧੁਨ, ਉਹਨਾਂ ਦੀ ਧੁਨ ਕੀ ਬਿਰਤੀ ਪੈਦਾ ਹੋ ਗਈ ਉਹਨਾਂ ਦੇ ਵਿੱਚ। ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਹਿਜ ਧੁਨ ਹੁੰਦੀ, ਬੜੀ ਮਿੱਠੀ ਧੁਨ ਪੈਦਾ ਹੋ ਗਈ ਹਿਰਦੇ 'ਚ, ਜਿਹੜੀ ਹਰ ਵਕਤ ਸਿਮਰਨ ਦੀ ਆਵਾਜ਼ ਆਉਂਦੀ ਉਹਨਾਂ ਨੂੰ। ਜਿਨ੍ਹਾਂ ਦਾ ਨਿਵਾਸਾ ਹੋਇਆ ਪੂਰਨ ਮਹਾਤਮਾ ਦੇ ਨਾਲ, ਉਹਨਾਂ ਨੂੰ ਸਹਿਜੇ ਹੀ ਸ਼ਾਂਤ ਧੁਨ ਸੁਣਦੀ ਰਹਿੰਦੀ ਹੈ। ਸ਼ੁਰੂ ਦੇ ਵਿੱਚ ਜ਼ਿਕਰ ਆਉਂਦਾ ਇਹਨਾਂ ਅਵਸਥਾਵਾਂ ਦਾ, ਬਹੁਤ ਸਾਰੇ ਸਾਜ਼ਾਂ ਦਾ ਸੁਣਨਾ। ਤਤ ਤੰਤੀ ਬਿਤ ਚਰਮ ਕਾ, ਘਟ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੱਜਣ ਲੱਗ ਜਾਂਦੀਆਂ ਨੇ। ਤਤ ਤੰਤੀ ਬਿਤ ਚਰਮ ਕਾ, ਕਨ ਕਾਸੀ ਕਾ ਜਾਨ। ਇਹ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੀ ਆਵਾਜ਼ ਸੁਣਨੀ, ਇਹ ਨਹੀਂ ਕਿ ਸੁਣੇਗੀ ਨਹੀਂ। ਜਿਹੜਾ ਅਭਿਆਸ ਕਰੂਗਾ ਉਹਨੂੰ ਇਹ ਅਵਸਥਾ 'ਚੋਂ ਕ੍ਰਾਸ ਕਰਨਾ ਹੀ ਪੈਣਾ, ਉਹਨੂੰ ਲੰਘਣਾ ਹੀ ਪੈਣਾ ਇੱਥੋਂ। ਉਹਨੂੰ ਇਹ ਟੱਲੀਆਂ, ਛੈਣੇ, ਘੁੰਗਰੂ, ਇਹ ਸਭ ਚੀਜ਼ਾਂ ਸੁਣਨੀਆਂ। ਔਰ ਪਰ ਇਹ ਇਕੱਲੀਆਂ ਨਹੀਂ ਸੁਣਦੀਆਂ, ਸਿਮਰਨ ਦੇ ਸੰਯੁਕਤ ਹੁੰਦੀਆਂ। ਸਿਮਰਨ ਹੋਣਾ, ਮੰਨੋ ਇੱਕ ਜਿਹੜਾ ਕੁਦਰਤ ਵਿੱਚ ਕੀਰਤਨ ਹੋ ਰਿਹਾ ਹੈ, ਸੱਚਖੰਡ ਵਿੱਚ ਕੀਰਤਨ ਹੋ ਰਿਹਾ ਹੈ, ਸ੍ਰਿਸ਼ਟੀ ਤੇ ਜਿਹੜੀ ਕੀਰਤਨ ਹੋ ਰਿਹਾ, ਉਹ ਕੀਰਤਨ ਦੀ ਧੁਨੀ ਉਹਨਾਂ ਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ। ਕੀਰਤਨ ਦੀ ਧੁਨੀ ਸੁਣਦਿਆਂ ਉਹਨਾਂ ਦਾ ਰਸ ਵੱਧਦਾ ਹੈ, ਇਕਾਗਰਤਾ ਵੱਧਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਹਿਰਦੇ 'ਚ ਵਾਸਾ ਹੋ ਜਾਂਦਾ ਹੈ। ਲਾਗੀ ਪ੍ਰੀਤ ਨਾ ਟੂਟੈ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ। ਉਹਨਾਂ ਦੀ ਅਜਿਹੀ ਪ੍ਰੀਤੀ ਪੈਦਾ ਹੁੰਦੀ ਪਰਮੇਸ਼ਰ ਨਾਲ ਜੋ ਕਦੇ ਵੀ ਟੁੱਟਦੀ ਨਹੀਂ। ਗੁਰਾਂ ਦੇ ਨਾਲ ਪ੍ਰੀਤੀ, ਸੰਗਤ ਨਾਲ ਪ੍ਰੀਤੀ, ਮਹਾਤਮਾ ਨਾਲ ਪ੍ਰੀਤੀ। ਪ੍ਰੀਤੀ ਦੇ ਸਦਕੇ ਨਿਸ਼ਚੇ ਉਹਨਾਂ ਨੇ ਕੀਤਾ ਕਿ ਵਾਹਿਗੁਰੂ ਅੰਦਰ ਅਤੇ ਬਾਹਰ ਸਾਰੇ ਕਿਤੇ ਪੂਰਨ ਹੈ। ਉਹ ਸਾਰੇ ਪਾਸੇ ਹੀ ਹਟ ਜਾਂਦਾ, ਕਿਉਂਕਿ ਇਹ ਟਿਕਾਓ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਕਿਹੜਾ ਬੰਦਾ ਜਿੰਨਾ ਜ਼ਿਆਦਾ ਕੋਈ ਬੋਲਦਾ ਹੈ, ਜਿਹੜਾ ਬਹੁਤਾ ਬੋਲਦਾ, ਉਹ ਪਤਾ ਲੱਗ ਜਾਂਦਾ ਵੀ ਇਹ ਵਿਚਾਰਾ ਖਾਲੀ ਭਾਂਡਾ ਹੀ ਖੜਕੀ ਜਾਂਦਾ। ਸਿੰਘਾਂ ਦੀ ਬੋਲੀ ਵਿੱਚ ਉਹਨੂੰ ਕਹਿੰਦੇ ਬੜਾ ਵਿਚਾਰਾ ਗਰੀਬ ਆਦਮੀ ਹੈ, ਕੰਗਾਲ। ਪੈਸਾ ਭਾਵੇਂ ਬਹੁਤ ਹੋਵੇ, ਪਰ ਉਹ ਜਿਹੜਾ ਗੁਰਮਤ ਤੋਂ ਵੀ ਹੋਣਾ ਬੰਦਾ ਹੈ, ਉਹਨੂੰ ਕੰਗਾਲ ਹੀ ਗਿਣਿਆ ਜਾਂਦਾ। ਜਿਹੜਾ ਨਿੰਦਾ ਕਰੇ ਕਿਸੇ ਦੀ, ਉਹਨੂੰ ਗੁਰਮੁਖ ਕਹਿੰਦੇ ਵਾਹਿਗੁਰੂ ਵਾਹਿਗੁਰੂ। ਇੰਨਾ ਗਰੀਬ ਆਦਮੀ ਵਿਚਾਰਾ ਨਿੰਦਾ ਕਰਨ ਦਾ ਇੰਨਾ ਟਾਈਮ ਲੱਗ ਗਿਆ ਇਹਨੂੰ, ਉਹਨੂੰ ਪਸੰਦ ਨਹੀਂ ਕਰਦੇ, ਉਹਦੇ ਕੋਲ ਪਰੇ ਰਹਿਣਾ ਚਾਹੁੰਦੇ ਨੇ। ਈਰਖਾਲੂ ਬੰਦੇ ਨੂੰ ਵੀ ਕਹਿੰਦੇ ਇਹ ਵੀ ਗਰੀਬ ਹੈ, ਤ੍ਰਿਸ਼ਨਾਲੂ ਨੂੰ ਵੀ ਕਹਿੰਦੇ ਇਹ ਵੀ ਗਰੀਬ ਹੈ। ਇਸ ਕਰਕੇ ਇਹ ਜੇ ਗਰੀਬ ਤੋਂ ਥੋੜ੍ਹਾ ਪਰੇ ਰਹੀਏ। ਉਹ ਹੈ ਅਸਲੀ ਗਰੀਬ, ਜਿਹੜਾ ਜਿਹਦੇ ਕੋਲ ਹੈ ਹੀ ਪੱਲੇ ਕੱਖ ਨਹੀਂ। ਭਾਈ ਲਾਲੋ ਭਾਵੇਂ ਗਰੀਬ ਸੀ, ਪਰ ਅਮੀਰਾਂ ਦਾ ਅਮੀਰ ਸੀ ਭਾਈ ਲਾਲੋ, ਕਿਉਂਕਿ ਸਾਰਾ ਕੁਝ ਉਹਦੇ ਕੋਲ ਸੀ। ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਉਹਦਾ ਸਿਮਰਨ ਜੋ ਸਿਮਰਨੇ ਯੋਗ ਹੈ ਨਾ, ਉਹਨੂੰ ਸਿਮਰ ਕੇ ਮਨ ਕਰਕੇ ਅੰਦਰੋਂ ਜ਼ੁਬਾਨ ਦੇ ਨਾਲ, ਫਿਰ ਸਰੀਰ ਕਰਕੇ ਵੀ ਉਹਦਾ ਸਿਮਰਨ ਕਰਨਾ। ਸਿਮਰ ਸਿਮਰ ਕੇ ਤੇ ਹਰੀ ਦੇ ਗੁਣਾਂ ਨੂੰ ਗਾ ਕੇ ਜਮਾਂ ਦੀ ਫਾਹੀ ਕੱਟ ਲਈ ਉਹਨਾਂ ਨੇ। ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਸਤਿਗੁਰਾਂ ਦੇ ਜਿਹੜੀ ਹੈ ਨਾ ਉਪਦੇਸ਼ ਬਾਣੀ ਹੈ,
ਉਹਦੇ ਦੁਆਰਾ ਉਹਨਾਂ ਨੇ ਅਨਹੱਦ ਇੱਕ ਰਸ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਨੇ ਉਹ ਰੱਬ ਦੇ ਪਿਆਰੇ। ਕਿਉਂਕਿ ਗੁਰੂ ਸਾਹਿਬ ਜੀ ਜਿਹੜੀ ਬਾਣੀ ਪੜ੍ਹਦੇ ਨੇ ਮਨ ਉਪਦੇਸ਼ ਹੈ, ਸ਼ਬਦ ਉਪਦੇਸ਼ ਹੈ। ਉਪਦੇਸ਼ ਬਾਣੀ ਦੁਆਰਾ ਉਹ ਇੱਕ ਰਸ ਨਾਮ ਦੀ ਵਰਖਾ ਸਤਿਗੁਰੂ ਮਹਾਰਾਜ ਕਰੀ ਜਾ ਰਹੇ। ਉਸ ਨਾਮ ਦੀ ਵਰਖਾ ਨੂੰ ਗ੍ਰਹਿਣ ਕਰਕੇ ਮਹਾਤਮਾ ਅੱਗੇ ਉਹਦੀ ਵਰਖਾ ਕਰੀ ਜਾ ਰਹੇ। ਸੰਸਾਰ ਦੇ ਅੰਦਰ ਉਪਦੇਸ਼ ਪ੍ਰਚਾਰ ਹੋ ਰਿਹਾ। ਜਿਨ੍ਹਾਂ ਨੇ ਨਾਮ ਅੰਮ੍ਰਿਤ ਪੀਤਾ ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਬਹੁਤ ਸ਼ਾਂਤੀ ਸਮਾ ਜਾਂਦੀ ਆ ਕੇ। ਉਹਨਾਂ ਦਾ ਜੀਅ ਨਹੀਂ ਕਰਦਾ ਕਿਸੇ ਨਾਲ ਬੋਲਣ ਨੂੰ। ਉੱਥੇ ਕਿੱਥੇ ਰਹਿ ਗਈ ਨਿੰਦਾ, ਤ੍ਰਿਸ਼ਨਾ, ਈਰਖਾ, ਵਿਕਾਰ, ਪੁੱਠੀਆਂ ਸਿੱਧੀਆਂ ਗੱਲਾਂ। ਉਹ ਕਿਉਂਕਿ ਉਹ ਤਾਂ ਹਮੇਸ਼ਾ ਚਾਹੁੰਦਾ ਕਿ ਸ਼ਾਂਤ ਚਿੱਤ ਰਹਾਂ, ਸ਼ਾਂਤ ਇਕਾਂਤ ਰਹਾਂ, ਕਿਸੇ ਨਾਲ ਕੋਈ ਗੱਲ ਨਾ ਕਰਾਂ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। हे ਵਾਹਿਗੁਰੂ, ਉਹ ਤੇਰੇ ਸੇਵਕ ਜਿਹੜੇ ਉਹ ਬਿਲਕੁਲ ਤ੍ਰਿਪਤ ਹੋ ਕੇ ਅਗਾਏ ਹੁੰਦਾ, ਰੱਜ ਗਏ, ਬਿਲਕੁਲ ਅੰਦਰੋਂ ਅਤੇ ਬਾਹਰੋਂ ਰੱਜ ਗਏ ਨੇ। ਜਿਨ੍ਹਾਂ ਨੂੰ ਸਤਿਗੁਰਾਂ ਨੇ ਧੀਰਜ ਦਿੱਤਾ ਹੈ, ਜਿਨ੍ਹਾਂ ਨੂੰ ਦਿਲਾਸਾ ਦੇ ਦਿੱਤਾ ਹੈ। ਇੱਕ ਤਾਂ ਹੁੰਦਾ ਬਾਹਰੋਂ ਕਹਿਣਾ ਬਸ ਜੀ ਬਸ, ਤੇ ਅੰਦਰੋਂ ਇੱਛਾ ਰੱਖਣੀ। ਇੱਕ ਹੁੰਦੀ ਅੰਦਰੋਂ ਤੇ ਬਾਹਰੋਂ ਇੱਛਾ ਹੀ ਮੁੱਕ ਗਈ। ਹੁਣ ਸੱਚਮੁੱਚ ਹੀ ਹੁਣ ਉਹ ਨਹੀਂ ਕੁਛ ਚਾਹੁੰਦੇ। ਹੁਣ ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਐਵੇਂ ਕੂੜਾ ਕਰਕਟ ਹੀ ਹੈ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਸੋ ਜਿਸ ਗੁਰੂ ਦਾ ਮੈਂ ਦਾਸ ਸੀ ਨਾ, ਜਿਨ੍ਹਾਂ ਸਤਿਗੁਰਾਂ ਦਾ ਦਾਸ ਬਣ ਗਿਆ, ਉਹਨਾਂ ਪਾਸੋਂ ਮੈਂ ਗਿਆਨ ਰੂਪੀ ਫਲ ਪ੍ਰਾਪਤ ਕਰ ਲਿਆ। ਗੁਰਾਂ ਨੇ ਕਿਰਪਾ ਕਰਕੇ ਮੈਨੂੰ ਵਾਹਿਗੁਰੂ ਦੇ ਨਾਲ ਮਿਲਾਤਾ। ਸਤਿਗੁਰੂ ਨੇ ਇਹ ਕਿਰਪਾ ਕੀਤੀ ਮੇਰੇ ਤੇ। ਸਤਿਗੁਰੂ ਦਾ ਕਰਮ ਕੀ ਹੈ? ਹਰ ਦਰਗਹਿ ਕਾ ਬੈਸੀਠ। ਸਤਿਗੁਰੂ ਜੀ ਸਾਨੂੰ ਅਕਾਲ ਪੁਰਖ ਦੇ ਨਾਲ ਮੇਲਦੇ ਨੇ, ਵਿਚੋਲੇ ਨੇ ਸਾਡੇ। ਇਹ ਜੀਵ ਰੂਪ ਇਸਤਰੀ ਆਤਮਾ ਅਤੇ ਉਹ ਅਕਾਲ ਪੁਰਖ, ਸੋ ਪੁਰਖ, ਸਤਿਪੁਰਖ ਵਾਹਿਗੁਰੂ ਪਰਮਾਤਮਾ। ਇਹ ਜੀਵ ਆਤਮਾ ਤੇ ਪਰਮਾਤਮਾ ਨੂੰ ਸਤਿਗੁਰੂ ਮਿਲਾਉਣ ਲਈ ਵਿਚੋਲੇ ਨੇ। ਵਿਛੜੀ ਰੂਹ ਨੂੰ ਮਿਲਾਉਂਦੇ ਨੇ ਸਤਿਗੁਰੂ ਪਰਮਾਤਮਾ ਨਾਲ। ਇਹ ਸਾਡਾ ਮੁੱਖ ਨਿਸ਼ਾਨਾ ਹੈ। ਹੋਰ ਜਿਹੜਾ ਆਪਾਂ ਗੁਰੂ ਘਰ ਚ ਆਉਂਦੇ ਹਾਂ, ਸਾਡਾ ਇੱਥੇ ਇਹ ਨਿਸ਼ਾਨਾ ਹੈ ਕਿ ਅਸੀਂ ਵਿਛੜੇ ਹੋਏ ਹਾਂ। ਸਾਡੀ ਰੂਹ ਆਤਮਾ ਸਾਡੀ ਵਿਛੜੀ ਤੁਹਾਡੇ ਤੋਂ, ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮੇਲ ਲਓ। ਹੋਰ ਕੋਈ ਆਪਾਂ ਇੱਥੇ ਪੈਸੇ ਪਦਾਰਥ ਮੰਗਣ ਲਈ ਸਾਧਨ ਨਹੀਂ ਬਣਾਇਆ ਹੋਇਆ, ਜਾਂ ਕੋਈ ਇਹ ਨਹੀਂ ਕਿ ਅਸੀਂ ਇੱਥੇ ਪ੍ਰਸ਼ਾਦਾ ਹੀ ਛਕਣ ਆਉਣੇ ਜਾਂ ਪ੍ਰਸ਼ਾਦ ਹੀ ਲੈਣਾ। ਇਹ ਤਾਂ ਇੱਕ ਛੋਟੀ ਜਿਹੀ ਕਿਰਿਆ ਹੈ ਗੁਰੂ ਦੀ। ਪਰ ਜੇ ਕਿਸੇ ਨੂੰ ਪੁੱਛੋ ਗੁਰਦੁਆਰੇ ਕੀ ਕਰਨ ਚੱਲੇ ਆ, ਉਹਨੂੰ ਪ੍ਰਯੋਜਨ ਨਹੀਂ ਪਤਾ ਕਿ ਮੈਂ ਕੀ ਕਰਨ ਚੱਲੇ ਆ ਉੱਥੇ। ਉਦਾਂ ਹੀ ਆਇਆ ਬਸ ਵਿਚਾਰਾ। ਜਿਹਨੂੰ ਪਤਾ ਲੱਗ ਜਾਏ ਕਿ ਪ੍ਰਯੋਜਨ ਹੈ ਕੀ, ਉਹ ਇਹੀ ਪ੍ਰਯੋਜਨ ਹੈ ਜਿਹੜਾ ਸਤਿਗੁਰੂ ਕਹਿ ਰਹੇ ਨੇ ਕਿ ਗੁਰਾਂ ਨੇ ਕਿਰਪਾ ਕਰਕੇ ਮੇਰੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਪ ਕਰਵਾ ਦਿੱਤਾ। ਸਦਾ ਲਈ ਉਹ ਜੀਵ ਜਿਹੜਾ ਸੀ ਪਰਮਾਤਮਾ ਵਿੱਚ ਲੀਨ ਹੋ ਗਿਆ। ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ। ਕਹਿੰਦੇ ਹੁਣ ਮੈਂ ਵਡਭਾਗੀ ਦਾ ਜਿਹੜਾ ਆਉਣਾ ਜਾਣਾ, ਜੰਮਣਾ ਮਰਨਾ ਸਾਰਾ ਹੀ ਮੁੱਕ ਗਿਆ। ਅਥਵਾ ਜਿਹੜੇ ਵਡਭਾਗੀ ਲੋਕ ਨੇ, ਵੱਡਿਆਂ ਭਾਗਾਂ ਵਾਲੇ ਨੇ, ਜਿਨ੍ਹਾਂ ਦਾ ਪਰਮਾਤਮਾ 'ਚ ਮਿਲਾਪ ਹੋ ਗਿਆ, ਲੀਨ ਹੋ ਗਏ ਨੇ, ਸੋ ਉਹ ਸਾਰੇ ਉਹਨਾਂ ਦੀ ਚੀਜ਼ਾਂ ਖਤਮ ਹੋ ਗਈਆਂ। ਹੁਣ ਕੋਈ ਗੱਲ ਨਹੀਂ, ਸਭ ਕਾਗਜ਼ ਪਾੜ ਦਿੱਤੇ ਪਰਮਾਤਮਾ ਨੇ। ਇਉਂ ਜਗਿਆਸੂ ਹੁਣ ਕਹਿੰਦਾ ਮੇਰੇ ਜੀਅ ਦੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ ਨੇ। ਉਹ ਗੱਲ ਹੀ ਮੁੱਕ ਗਈ। ਪਹਿਲਾਂ ਤਾਂ ਮਾੜੀ ਮਾੜੀ ਚੀਜ਼ ਲਈ ਬੰਦਾ ਤੜਫਦਾ ਫਿਰਦਾ, ਛੋਟੀ ਛੋਟੀ ਚੀਜ਼ ਲਈ। ਮਾੜੀ ਮਾੜੀ ਚੀਜ਼ ਵੀ ਅੱਜ ਬਹੁਤ ਗਰੀਬ ਆਦਮੀ ਇੰਡੀਆ ਦੇ ਵਿੱਚ ਜਿਵੇਂ ਦੇਖਦੇ ਹਾਂ ਆਪਾਂ, ਵਿਚਾਰੇ ਪਾਈਆ ਚੀਜ਼, ਕੋਈ ਮਾੜੀ ਜਿਹੀ ਚੀਜ਼ ਖਰੀਦਦੇ ਨੇ ਕਿਉਂਕਿ ਦਿਹਾੜੀ ਕਮਾਉਣੀ 10-20 ਰੁਪਈਏ, ਉਹਨਾਂ ਖਰੀਦਣਾ ਖਾ ਲੈਣਾ, ਉਹਦਾ ਇੰਨਾ ਹੀ ਬਣਿਆ। ਪਰ ਅਚਾਨਕ ਉਹਨੂੰ ਪਰਮਾਤਮਾ ਵੱਲੋਂ ਬਹੁਤ ਜ਼ਿਆਦਾ ਧਨ ਮਿਲ ਜਾਵੇ, ਉਹ ਗੱਲਾਂ ਹੀ ਮੁੱਕ ਜਾਂਦੀਆਂ ਸਾਰੀਆਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇੱਥੇ ਇਹ ਜੀਵ ਆਤਮਾ ਦੀਆਂ ਗੱਲਾਂ ਨੇ, ਇਹ ਵੀ ਮੁੱਕ ਜਾਂਦੀਆਂ ਜਦੋਂ ਬ੍ਰਹਮ 'ਚ ਲੀਨ ਹੋ ਜਾਂਦੀ। ਬ੍ਰਹਮ ਗਿਆਨੀ ਉਸੇ ਨੂੰ ਕਹਿੰਦੇ ਜਿਹਦੀ ਆਤਮਾ ਪਰਮਾਤਮਾ 'ਚ ਲੀਨ ਹੋ ਗਈ। ਉਹਦਾ ਮਤਲਬ ਹੈ ਬ੍ਰਹਮ ਗਿਆਨ ਹੋ ਗਿਆ, ਇਸ ਨੂੰ ਬ੍ਰਹਮ ਦੇ ਵਿੱਚ ਲੀਨ ਹੋ ਗਿਆ ਹੈ। ਇਉਂ ਸਤਿਗੁਰੂ ਮਹਾਰਾਜ ਦੇ ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਮਾਝ ਮਹੱਲਾ ਪੰਜਵਾ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰਮੇਸ਼ਰ ਦਾ ਪਾਇਆ ਹੋਇਆ ਗੁਰੂ ਰੂਪ ਬੱਦਲ। ਇੱਥੇ ਸੰਸਾਰੀ ਮੀਂਹ ਦੀ ਗੱਲ ਵੱਖਰੀ ਹੈ।
ਸੰਸਾਰੀ ਮੀਂਹ ਵੀ ਚੰਗਾ ਹੁੰਦਾ, ਕਈ ਬਿਮਾਰੀਆਂ ਹਟਦੀਆਂ, ਕਈ ਫਸਲਾਂ ਨੂੰ ਲੋੜ ਹੈ। ਹੁਣ ਮੀਂਹ ਇੰਨਾ ਪਿਆ, ਕਹਿੰਦੇ ਚਿੱਠੀਆਂ ਆ ਗਈਆਂ ਘਰਾਂ 'ਚ ਬਈ ਪਾਣੀ ਘੱਟ ਡੋਲੋ, ਪਾਣੀ ਨਹੀਂ ਦੇਣਾ ਘਾਹਾਂ ਨੂੰ, ਆਪਾਂ ਹੱਥ ਨਹੀਂ ਧੋਣੇ, ਹੱਥ ਧੋਣੇ ਆ ਤੇ ਪਾਣੀ ਉਨਾ ਹੀ ਹਿਸਾਬ ਦਾ ਛੱਡੋ, ਪਾਣੀ ਦੀ ਘਾਟ। ਇਹ ਪ੍ਰਮਾਤਮਾ ਦੀ ਜਿਹੜੀ ਸਰਕਾਰ ਹੈ ਸਰਬ ਵਿਆਪਕ ਪਰਿਪੂਰਨ, ਉਹ ਦੇਖਦੇ ਇੱਥੇ ਪਾਣੀ ਦੀ ਘਾਟ ਹੈ, ਫਿਰ ਉਹ ਮੀਂਹ ਪਾ ਦਿੰਦੇ ਨੇ ਵੀ ਪਾਣੀ ਦੀ ਜੀਵਾਂ ਨੂੰ ਹੁਣ ਕਮੀ ਹੈ। ਘਾਹ ਨੂੰ ਤਾਂ ਪ੍ਰਮਾਤਮਾ ਨੇ ਪਾਣੀ ਦੇਣਾ, ਇਸ ਕਰਕੇ ਉਹ ਫਿਰ ਮੀਂਹ ਦੇ ਪੈਣ ਦੇ ਅਸਾਰ ਬਣ ਗਏ, ਮੀਂਹ ਪੈ ਗਿਆ। ਤਾਂ ਸਤਿਗੁਰੂ ਕਹਿੰਦੇ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰ ਸਤਿਗੁਰੂ ਦਾ ਇੱਥੇ ਦੂਸਰਾ ਭਾਵ ਇਹ ਹੈ ਕਿ ਜਿਹੜਾ ਮੀਂਹ ਪਿਆ ਹੈ ਉਹ ਗੁਰੂ ਰੂਪ ਬੱਦਲ ਤੋਂ ਉਪਦੇਸ਼ ਰੂਪ ਵਰਖਾ ਹੋਈ ਹੈ, ਜਿਹਨੇ ਸਾਰਿਆਂ ਛੋਟਿਆਂ ਵੱਡਿਆਂ ਸੂਖਮ ਸਥੂਲ ਜੀਆਂ ਜਨਤਾ ਨੂੰ ਸੁੱਖ ਦੇ ਨਾਲ ਵਸਾ ਦਿੱਤਾ। ਉਪਦੇਸ਼ ਦੀ ਵਰਖਾ ਨਾਲ ਜੀਵ ਨੂੰ ਬਿਠਾ ਕੇ ਇੱਕ ਲੜਕਾ ਵਿਗੜ ਜਾਂਦਾ, ਗਲਤ ਸੰਗਤ ਵਿੱਚ ਪੈਂਦਾ, ਉਹਨੂੰ ਪਿਤਾ ਬਿਠਾ ਕੇ ਸਮਝਾਉਂਦਾ, ਉਹ ਹੌਲੀ ਹੌਲੀ ਲੜਕਾ ਸਮਝ ਜਾਂਦਾ। ਪਿਤਾ ਨੇ ਉਹਨੂੰ ਉਪਦੇਸ਼ ਕੀਤਾ, ਮਾਤਾ ਨੇ ਸਮਝਾਇਆ, ਰਿਸ਼ਤੇਦਾਰਾਂ ਨੇ ਸਮਝਾਇਆ, ਦੋਸਤਾਂ ਮਿੱਤਰਾਂ ਨੇ ਸਮਝਾਇਆ, ਕਿਉਂਕਿ ਮਨੁੱਖ ਦੇ ਉੱਤੇ ਸਮਝਾਉਣ ਨਾਲ ਹੀ ਅਸਰ ਪੈਂਦਾ, ਦਲੀਲਾਂ ਦੇ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਅਸੀਂ ਉਪਦੇਸ਼ ਕਰਦੇ ਹਾਂ, ਮਨੁੱਖ ਨੂੰ ਸਮਝਾਉਂਦੇ ਹਾਂ ਦਲੀਲਾਂ ਦੇ ਨਾਲ, ਇਹਨੂੰ ਇਹ ਜਾਗਰਤੀ ਲਿਆਉਂਦੇ ਹਾਂ ਕਿ ਇੱਥੇ ਸਾਰਾ ਸਮਾਂ ਲੱਖਾਂ ਬਰਸ ਨਹੀਂ ਰਹਿਣਾ, ਇੱਥੇ ਤੇ 70-80 ਸਾਲ ਦਾ ਹੀ ਸਮਾਂ ਮਿਲਿਆ। ਇਹ ਸਮਾਂ ਤੇਰਾ ਕੁਝ ਖਾਣ ਵਿੱਚ ਲੰਘ ਗਿਆ, ਕੁਝ ਪੀਣ ਵਿੱਚ ਲੰਘ ਗਿਆ, ਕੁਝ ਸੌਣ ਵਿੱਚ ਲੰਘ ਗਿਆ, ਕੁਝ ਵਿਕਾਰਾਂ ਵਿੱਚ ਲੰਘ ਗਿਆ, ਕੁਝ ਗੱਲਾਂ ਵਿੱਚ ਲੰਘ ਗਿਆ, ਕੁਝ ਇੱਧਰ ਲੰਘ ਗਿਆ। ਇਹ ਰੱਬ ਦੀ ਕਮਾਈ ਕਿੰਨੀ ਕੀਤੀ ਸਾਰੀ ਜ਼ਿੰਦਗੀ 'ਚ। 80 ਸਾਲਾਂ ਦੇ ਵਿੱਚ ਜਦੋਂ ਸਾਰੀ ਕੈਲਕੂਲੇਸ਼ਨ ਕੀਤੀ, 1 ਸਾਲ ਹੀ ਸਾਰਾ ਬਸ, ਜੇ 2 ਸਾਲ ਕਿਸੇ ਨੇ ਕਮਾਈ ਕੀਤੀ, ਹੁਣ 2 ਸਾਲਾਂ ਦੀ ਕਮਾਈ ਨਾਲ ਉੱਤੇ ਗੱਲ ਨਹੀਂ ਬਣਦੀ। ਪਰਮਾਤਮਾ ਨੇ ਜਿੰਨੀ ਜ਼ਿੰਦਗੀ ਦਿੱਤੀ ਸੀ, ਉਹਨਾਂ ਨੇ ਉਹਦੇ ਹਿਸਾਬ ਨਾਲ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕੁਝ ਕਰਨਾ ਸੀ ਜੋ ਨਾ ਕਰ ਸਕੇ। ਕਹਿੰਦੇ ਕਿਵੇਂ ਕਰਾਂ, ਮੈਂ ਕਰ ਨਹੀਂ ਸਕਦਾ। ਫਿਰ ਉਹਨੂੰ ਸਮਝਾਇਆ ਜਾਂਦਾ। ਜਿਵੇਂ ਬੰਬੇ ਦੀ ਸੰਗਤ ਕਹਿਣ ਲੱਗੀ, ਅਸੀਂ ਤਾਂ ਇੱਥੇ ਸਾਡੇ ਕੰਮ ਹੀ ਬੜੇ ਦੂਰ ਦੂਰ ਹੈ, ਸਵੇਰੇ 7 ਵਜੇ ਬੱਸ ਬੈਠੋ, 9 ਵਜੇ ਤਾਂ ਦਫ਼ਤਰ ਹੀ ਪਹੁੰਚਦੇ 2 ਘੰਟੇ 'ਚ, ਉੱਥੋਂ ਫਿਰ ਸ਼ਾਮ ਨੂੰ 5 ਵਜੇ ਬੱਸ ਬਹਿ ਕੇ 7 ਵਜੇ ਘਰੇ ਆਉਣੇ, ਕਿਹੜੇ ਵੇਲੇ ਪਾਠ ਕਰੀਏ, ਪਾਠ ਨੂੰ ਟਾਈਮ ਨਹੀਂ ਹੁੰਦਾ ਸਾਡੇ ਕੋਲ। ਮੈਂ ਕਿਹਾ ਜਿਹੜੇ 7 ਤੋਂ 9 ਸਵੇਰੇ ਬੱਸ ਬਹਿੰਦੇ ਹੋ, ਬੱਸ 'ਚ ਵਿਹਲੇ ਹੀ ਖੜੇ ਜਾਂਦੇ ਹੋ ਜਾਂ ਬੈਠੇ ਹੁੰਦੇ ਹੋ ਉੱਥੇ, ਉਦੋਂ 2 ਘੰਟੇ ਵਿੱਚ ਕਿੰਨਾ ਹੀ ਨਿਤਨੇਮ ਹੋ ਸਕਦਾ। ਜਪਜੀ ਸਾਹਿਬ ਦੇ ਜੇ ਹੌਲੀ ਹੌਲੀ ਵੀ 6 ਪਾਠ ਘੰਟੇ ਦੇ ਹੁਣ 12 ਪਾਠ 2 ਘੰਟੇ 'ਚ ਹੋ ਗਏ, ਸ਼ਾਮ ਨੂੰ ਆਉਂਦੇ ਫਿਰ 12-25 ਪਾਠ ਦੇ ਨੇੜੇ ਤੁਸੀਂ ਪਹੁੰਚ ਗਏ। ਹੋਰ ਤੁਹਾਨੂੰ ਕੀ ਚਾਹੀਦਾ? ਤੁਸੀਂ ਆਪਣੇ ਟਾਈਮ ਨੂੰ ਨਹੀਂ ਬਚਾਉਂਦੇ, ਤੁਸੀਂ ਟਾਈਮ ਨੂੰ ਸੰਭਾਲਦੇ ਨਹੀਂ ਹੋ। ਐਵੇਂ ਬੱਸ 'ਚ ਬੈਠੇ ਉੱਥੇ ਗਾਣੇ ਲਾ ਲਏ ਕੰਨਾਂ ਨੂੰ, ਵਾਕਮੈਨ ਜਿਹਾ ਲਾ ਕੇ ਐਵੇਂ ਪੌਪ ਸੰਗੀਤ ਸੁਣਦੇ ਫਿਰਦੇ ਹੋ। ਫਿਰ ਉਹ ਸਾਰੇ ਕਢਾਏ ਉਹਨਾਂ ਦੇ। ਇਹ ਹੌਲੀ ਹੌਲੀ ਫਿਰ ਸਾਰਿਆਂ ਥਾਵਾਂ ਤੋਂ ਹੀ ਵਾਹਿਗੁਰੂ ਨੇ ਆਪ ਹੀ ਕਢਵਾ ਦਿੱਤੇ ਨੇ। ਇਸ ਕਰਕੇ ਆਪਣੇ ਕਾਰ ਵਿੱਚ ਜਾਂਦੇ ਹੋਏ ਸਮੇਂ ਨੂੰ ਵੇਸਟ ਨਾ ਕਰੋ। ਹੋਰ ਜੋ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਜੇ ਇੱਕ ਇੱਛਾ ਲੱਗ ਜਾਵੇ, ਆਪਾਂ ਕੋਈ ਨਿਆਣੇ ਸਕੂਲ ਦਾ ਕੰਮ ਕਰਦੇ, TV ਲਾ ਕੇ ਬੈਠ ਜਾਂਦੇ ਨੇ, ਨਾਲੇ ਸਕੂਲ ਦਾ ਕੰਮ ਕਰਦੇ। ਸਧਾਰਨ ਵਿਅਕਤੀ ਕੋਈ ਕੰਮ ਕਰਦਾ, ਅਕਾਊਂਟ ਵਰਕ ਕਰਦਾ, ਚਲੋ ਨਾਲ ਉਧਰ ਕਹਿੰਦਾ ਮੈਂ TV ਵੀ ਦੇਖੀ ਜਾਂ, ਉੱਥੇ ਤਾਂ 2-2 ਕੰਮ ਕਰ ਲਏ। ਇੱਧਰੋਂ ਫੋਨ ਹੱਥ 'ਚ ਫੜਿਆ, ਉਧਰ ਰੋਟੀ ਖਾ ਰਿਹਾ, ਫੋਨ ਹੱਥ 'ਚ ਫੜਿਆ ਅਖਬਾਰ ਪੜ੍ਹ ਰਿਹਾ, ਕਿਉਂਕਿ ਮਨੁੱਖੀ ਦਿਮਾਗ ਕਾਫੀ ਤੇਜ਼ ਹੁੰਦਾ। ਇਸੇ ਚੀਜ਼ ਨੂੰ ਹੀ ਆਪਾਂ ਲੈ ਕੇ ਜੇ ਇੱਧਰ ਬਦਲ ਦਈਏ ਤੇ ਨਾਲ ਮਾਲਾ ਫੜੀ ਹੋਵੇ ਹੱਥ 'ਚ ਤੇ ਸਿਮਰਨ ਕਰੀ ਜਾਓ, ਆਪਣਾ ਭਗਤੀ ਵਾਲੇ ਪਾਸੇ ਜ਼ਿਆਦਾ ਖਿਆਲ ਕਰੋ। ਬਾਕੀ ਚੀਜ਼ਾਂ ਦਾ ਹੌਲੀ ਹੌਲੀ ਇਉਂ ਜਾਣ ਕੇ ਤਿਆਗ ਕਰ ਦਿਓ ਵੀ ਇਹ ਜਿਹੜੀ ਫਜ਼ੂਲ ਚੀਜ਼ ਇਹਨੇ ਮਨ ਦੇ ਉੱਤੇ ਮਾੜਾ ਅਸਰ ਪਾਉਣਾ। ਇੱਕ ਵਾਰੀ ਤੁਸੀਂ ਕੋਈ ਚੀਜ਼ ਸੁਣ ਲਈ ਨਾ, ਭਾਵੇਂ ਉਹ ਬਚਪਨ ਦੇ ਵਿੱਚ ਆਪਾਂ ਸੁਣੀ ਸੀ, ਉਹ ਅੱਜ ਤੱਕ ਕੰਨਾਂ 'ਚ ਗੂੰਜੀ ਜਾਂਦੀ ਹੈ। ਉਹ ਕਿਉਂਕਿ ਹਿਰਦੇ 'ਚ ਚਲੀ ਗਈ, ਅੰਦਰ ਉਹ ਵਸ ਗਈ। ਜਿਹੜੀਆਂ ਪਹਿਲਾਂ ਗੱਲਾਂ ਸੁਣੀਆਂ ਔਰ ਚੰਗੀ ਚੀਜ਼ ਸੁਣੀ ਹੋਈ ਕਦੇ ਯਾਦ ਹੀ ਨਹੀਂ ਰਹਿੰਦੀ, ਉਹ ਨਹੀਂ ਕੰਨਾਂ 'ਚ ਵੱਜਦੀ। ਮਾੜੀਆਂ ਚੀਜ਼ਾਂ ਸੁਣੀਆਂ ਹੋਈਆਂ ਹਿਰਦੇ 'ਚ ਘਰ ਕਰ ਜਾਂਦੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਸਤਿਗੁਰੂ ਉਪਦੇਸ਼ ਦੀ ਵਰਖਾ ਕਰਦੇ ਨੇ, ਉਦੋਂ ਸਾਨੂੰ ਉਪਦੇਸ਼ ਸੁਣਨਾ ਚਾਹੀਦਾ, ਜਿਹਦੇ ਨਾਲ ਸਾਡਾ ਫਿਰ ਮਨ ਬਦਲ ਜਾਂਦਾ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ,
ਵਾਹਿਗੁਰੂ ਵਾਹਿਗੁਰੂ ਨਾਮ ਦੇ ਸੰਭਾਲਣ ਕਰਕੇ ਹੌਲੀ ਹੌਲੀ ਜਦੋਂ ਸਾਡੀ ਬਿਰਤੀ ਉੱਪਰ ਨੂੰ ਉੱਠਣ ਲੱਗੀ, ਪ੍ਰਮਾਤਮਾ ਵੱਲ ਨੂੰ ਜੋੜਨ ਲੱਗੀ, ਤੇ ਸਾਰੇ ਜਿਹੜੇ ਕਲੇਸ਼ ਸੀ ਇਹ ਮਿਟਣ ਲੱਗ ਪਏ। ਅਵਿਦਿਆ, ਸਮਤਾ, ਅਭਿਨਿਵੇਸ਼, ਰਾਗ, ਦਵੈਸ਼, ਇਹ 5 ਕਲੇਸ਼ ਨੇ। ਤੇ ਸੱਚਾ ਸੁਖ ਜਿਹੜਾ ਸੀ ਉਹ ਹੁਣ ਸਾਡੇ ਹਿਰਦੇ 'ਚ ਆ ਕੇ ਪ੍ਰਾਪਤ ਹੋ ਗਿਆ। ਜਿਸ ਕੇ ਸੇ ਤਿਨ ਹੀ ਪ੍ਰਤਪਾਰੇ, ਪਾਰ ਬ੍ਰਹਮ ਪ੍ਰਭ ਭਏ ਰਖਵਾਰੇ। ਹੁਣ ਜਿਹਨੇ ਪੈਦਾ ਕੀਤੇ ਸੀ ਅਸੀਂ, ਉਹਨੇ ਹੀ ਸਾਡੀ ਪਾਲਣਾ ਕੀਤੀ। ਰੋਟੀ ਉਸੇ ਨੇ ਦੇਣੀ ਹੈ। ਜੇ ਬੰਦੇ ਨੇ ਰੋਟੀ ਦੇਣੀ ਹੋਵੇ, ਬੰਦਾ ਤਾਂ ਰੋਟੀ ਦੇਵੇ ਹੀ ਨਾ ਕਿਸੇ ਨੂੰ। ਉਹ ਕਹਿੰਦਾ ਚੁੱਪ ਕਰਕੇ ਇਹਦੀ ਰੋਟੀ ਬੰਦ ਕਰੋ, ਮਾਰੋ ਇਹਨੂੰ। ਬੰਦੇ ਦਾ ਸੁਭਾਅ ਹੀ ਇਦਾਂ ਦਾ, ਇਹ ਦੂਜੇ ਬੰਦੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ। ਪਰਮਾਤਮਾ ਸਾਰਿਆਂ ਦਾ ਪਿਤਾ ਹੋਣ ਕਰਕੇ ਸਾਰਿਆਂ ਨੂੰ ਰੋਟੀ ਦਿੰਦਾ। ਉਹ ਪਾਰ ਬ੍ਰਹਮ ਪ੍ਰਭੂ ਸਾਡੀ ਹਮੇਸ਼ਾ ਹੀ ਰੱਖਿਆ ਕਰਨ ਵਾਲੇ ਹੋਏ ਨੇ। ਜੇ ਵਾਹਿਗੁਰੂ ਸਾਡੀ ਰੱਖਿਆ ਨਾ ਕਰੇ ਤਾਂ ਸਾਨੂੰ ਤਾਂ ਹੁਣ ਨੂੰ ਲੋਕ ਚੁੱਕ ਕੇ ਲੈ ਜਾਂਦੇ। ਵਾਹਿਗੁਰੂ ਹੀ ਸਭ ਦਾ ਰੱਖਿਅਕ ਹੈ। ਵਾਹਿਗੁਰੂ ਹੀ ਸਾਰਿਆਂ ਦਾ ਰੋਜੀ ਰੋਟੀ ਦਾ ਮਾਲਕ ਹੈ। ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਕਾਲੀ ਜੀਓ। ਪਰਮਾਤਮਾ ਨੇ ਹੁਣ ਸਾਡੀ, ਵਾਹਿਗੁਰੂ ਨੇ ਬੇਨਤੀ ਅਰਦਾਸ ਸੁਣ ਲਈ। ਇਸ ਕਰਕੇ ਮੇਰੇ ਜੀ ਦੀ ਜਿਹੜੀ ਸਾਰੀ ਕਮਾਈ ਸੀ ਨਾ, ਉਹ ਸਫਲ ਹੋ ਗਈ। ਅੰਦਰੋਂ ਜਿਹੜੀ ਮੈਂ ਮਿਹਨਤ ਕੀਤੀ ਸੀ, ਪਹਿਲਾਂ ਤਾਂ ਮਿਹਨਤ ਕਰਦੇ ਰਹੇ। ਬੰਦਾ ਪੜ੍ਹਦਾ ਸਾਰੀ ਜ਼ਿੰਦਗੀ, MA ਕਰ ਲਈ, ਡਿਪਲੋਮੇ ਕਰ ਲਏ, ਡਿਗਰੀਆਂ ਕਰ ਲਈਆਂ, ਪਰ ਨੌਕਰੀ ਨਹੀਂ ਮਿਲੀ ਕਿਤੇ। ਸੋਚਦਾ ਇੰਨਾ ਕੁਝ ਕਰਕੇ ਹਲੇ ਕੁਝ ਨਹੀਂ ਮਿਲਿਆ। ਪਰ ਇੱਕ ਦਿਨ ਅਚਾਨਕ ਬਹੁਤ ਵਧੀਆ ਨੌਕਰੀ ਮਿਲ ਜਾਂਦੀ। ਸਾਰਾ ਪਰਿਵਾਰ ਬੜਾ ਖੁਸ਼ ਹੁੰਦਾ, ਉਹ ਵੀ ਖੁਸ਼ ਹੁੰਦਾ। ਚਲੋ ਸ਼ੁਕਰ ਹੈ ਤੇਰੀ ਕਮਾਈ ਕੀਤੀ, ਘਾਲ ਕੀਤੀ, ਥਾਂ ਹੀ ਪੈ ਗਈ, ਵਧੀਆ ਨੌਕਰੀ ਮਿਲ ਗਈ ਤੈਨੂੰ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ, ਜਿਹੜੇ ਭਗਤ ਨੇ, ਉਹ ਅਭਿਆਸ ਕਰਦੇ, ਕਦੇ ਆਹ ਪਾਠ ਕਰਦੇ, ਕਦੇ ਉਹ ਸਿਮਰਨ ਕਰਦੇ, ਕਦੇ ਅੰਮ੍ਰਿਤ ਵੇਲੇ ਉੱਠਦੇ, ਕਦੇ ਸਾਰੀ ਰਾਤ ਬੈਠਦੇ, ਕਦੇ ਸੇਵਾ ਕਰਦੇ ਆ। ਕੋਈ ਚਮਕਾਰਾ ਨਹੀਂ ਵੱਜਿਆ, ਕੋਈ ਝਲਕਾਰਾ ਪਿਆ ਨਹੀਂ, ਕੋਈ ਟਿਕਾਓ ਜਿਹਾ ਬਣਿਆ ਨਹੀਂ। ਵਿਚਾਰਾ ਸੋਚਦਾ ਇੰਨੇ ਸਾਲ ਹੋ ਗਏ ਲੱਗੇ ਨੂੰ, ਕੁਝ ਬਣੀ ਨਹੀਂ ਗੱਲ। ਪਰ ਜਦੋਂ ਅਚਾਨਕ ਪਰਮੇਸ਼ਰ ਨੇ ਚਮਕਾਰਾ ਮਾਰਿਆ ਆਪਣਾ, ਕੋਈ ਕੌਤਕ ਕੀਤਾ, ਕੋਈ ਰਸ ਆਇਆ, ਕੋਈ ਟਿਕਾਓ ਬਣਿਆ, ਕਹਿੰਦੇ ਸ਼ੁਕਰ ਹੈ ਮੇਰੀ ਘਾਲ ਕਮਾਈ ਥਾਂ ਹੀ ਪੈ ਗਈ, ਸਫਲੀ ਹੋ ਰਹੀ ਹੈ। ਉਹਨੂੰ ਕਹਿੰਦੇ ਸਫਲ, ਸਹਿਤ ਫਲ ਦੇ ਮੇਰੀ ਕਮਾਈ ਹੋ ਗਈ। ਸਰਬ ਜੀਆਂ ਕਉ ਦੇਵਨਹਾਰਾ, ਗੁਰ ਪ੍ਰਸਾਦੀ ਨਦਰ ਨਿਹਾਰਾ। ਜੋ ਵਾਹਿਗੁਰੂ ਸਾਰਿਆਂ ਜੀਆਂ ਨੂੰ ਦਾਨ ਦੇਣ ਵਾਲਾ, ਹਰੇਕ ਨੂੰ ਦੇਣ ਵਾਲਾ, ਹਰ ਇੱਕ ਨੂੰ ਹੀ ਦਿੰਦਾ, ਚਾਹੇ ਉਹਦਾ ਜਾਪ ਕਰਦਾ ਜਾਂ ਨਾ ਕਰਦਾ। ਇਹ ਉਹਦੀ ਖਾਸੀਅਤ ਹੈ। ਕਹਿੰਦੇ ਉੱਦਾਂ ਹੈ ਮੇਰੇ ਸਾਰੇ ਹੀ, ਪਰ ਪਰਮੇਸ਼ਰ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਦਿੰਦਾ ਉਹਨਾਂ ਨੂੰ ਵੀ ਹੈ। ਪਰ ਰੋਟੀ ਤੋਂ ਕਿਸੇ ਨੂੰ ਹੀ ਭੁੱਖਾ ਮਾਰਦਾ, ਹਰੇਕ ਨੂੰ ਦੇਣਾ ਹੀ ਦੇਣਾ ਉਹਨੇ। ਸਰਬ ਜੀਆਂ ਕੋ ਦੇਵਨਹਾਰਾ, ਪਰਮਾਤਮਾ ਸਭਨਾਂ ਨੂੰ ਦਾਨ ਦਿੰਦਾ। ਗੁਰ ਪ੍ਰਸਾਦੀ ਨਦਰ ਨਿਹਾਰਾ, ਗੁਰਾਂ ਦੀ ਕਿਰਪਾ ਨਾਲ ਉਹਨੂੰ ਨਦਰ ਨਿਹਾਰਾ ਤੋਂ ਭਾਵ ਨਿਹਾਲਿਆ, ਦੇਖਣਾ, ਅੱਖਾਂ ਨਾਲ ਵੇਖ ਲਿਆ। ਹੁਣ ਅਸੀਂ ਸਾਰਿਆਂ ਜੀਆਂ ਨੂੰ ਬਈ ਤੁਸੀਂ ਆਪ ਹੀ, ਵਾਹਿਗੁਰੂ ਜੀ ਆਪ ਹੀ ਦਿੰਦੇ ਹੋ ਤੁਸੀਂ, ਇਹ ਅਸੀਂ ਅੱਖਾਂ ਨਾਲ ਦੇਖ ਲਿਆ ਆਪਣੀਆਂ ਨਾਲ। ਜਲ ਥਲ ਮਹੀਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ। ਸੰਤਾਂ ਦੇ ਚਰਨ ਪਖਾਲੀ ਤੋਂ ਭਾਵ ਧੋਣ ਨਾਲ ਇਹ ਜਾਣ ਲਿਆ, ਭਾਵ ਚਰਨ ਧੋਤੇ ਕਿ ਇਸ਼ਨਾਨ ਕਰਾਏ, ਕਿ ਸੇਵਾ ਕਰਾਈ। ਬ੍ਰਹਮ ਗਿਆਨੀ ਦੀ ਸੇਵਾ ਬਹੁਤ ਔਖੀ ਹੁੰਦੀ ਹੈ, ਉਹਦੇ ਨਾਲ ਰਹਿਣਾ, ਉਹਦੀ ਸੇਵਾ ਕਰਨੀ। ਨਕਲੀ ਬ੍ਰਹਮ ਗਿਆਨੀ ਤਾਂ ਬਹੁਤ ਮਿਲਣਗੇ, ਪਰ ਅਸਲ ਦੀ ਮੈਂ ਗੱਲ ਕਰਦਾ ਕਿ ਅਸਲ ਦੇ ਨਾਲ ਤਾਂ ਜਦੋਂ ਰਹੇ 24 ਘੰਟੇ ਨਹੀਂ ਸੀ ਸੌਂ ਸਕਦੇ ਹੁੰਦੇ। ਉਦੋਂ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਣੀ ਹੈ। ਨੀਂਦ ਨੂੰਦ ਦੀ ਕੋਈ ਪਰਵਾਹ ਨਹੀਂ, ਰੋਟੀ ਭੁੱਖ ਦੀ ਕੋਈ ਪਰਵਾਹ ਨਹੀਂ, ਖੜੇ ਖੜੇ ਹੀ ਰੋਟੀ ਖਾਣੀ ਪੈਂਦੀ ਸੀ। ਆ 2 ਰੋਟੀਆਂ ਘੁਮਾਈਆਂ ਫਟਾਫਟ ਅੰਦਰ, ਨਾਲ ਹੀ ਪਾਣੀ ਪੀਤਾ, ਚਲੋ ਕੰਮ ਮੁੱਕਿਆ। ਨੀਂਦ ਹਰਾਮ, ਬਸ ਕੰਮ ਖਤਮ। ਕਿ ਜੇ ਸੁੱਖ ਲੈਣੇ ਅਗਲਾ ਕਹਿੰਦਾ ਘਰ ਜਾ, ਉੱਥੇ ਜਾ ਕੇ ਆਰਾਮ ਨਾਲ ਸੌਂ। ਸੁੱਖ ਨਹੀਂ ਹੈ। ਫਿਰ ਜਦੋਂ ਕਮਾਈ ਕਰਨੀ ਹੈ, ਵਿਦਿਆਰਥੀ ਹੈ, ਵਿਦਿਆਰਥੀ ਵਿਚਾਰੇ ਜਦੋਂ ਹੋਸਟਲਾਂ 'ਚ ਪੜ੍ਹਦੇ ਨੇ, ਸਾਰੀ ਸਾਰੀ ਰਾਤ ਜਾਗਣਾ, ਪੜ੍ਹਾਈਆਂ ਕਰਨੀਆਂ, ਕਿਤੇ ਚਾਹੀਦੀ ਰੋਟੀ ਮਿਲੀ ਨਾ ਮਿਲੀ, ਬਹੁਤ ਬੁਰਾ ਹਾਲ ਹੋ ਕੇ ਪੜ੍ਹਦੇ ਆ। ਪਰ ਇਸ ਕਰਕੇ ਫਿਰ ਬਾਅਦ ਵਿੱਚ ਉਹਦਾ ਫਲ ਮਿਲ ਜਾਂਦਾ। ਕਹਿੰਦੇ ਨੇ ਮਹਾਂਪੁਰਖਾਂ ਦੀ ਸੇਵਾ ਜਿਹੜੀ ਹੁੰਦੀ ਹੈ, ਉਦੋਂ ਤਾਂ ਬਹੁਤ ਔਖੀ ਲੱਗਦੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਪਰ ਬਾਅਦ ਕਹਿੰਦੇ ਸੁੱਖ ਸਾਰ, ਫਿਰ ਬਾਅਦ ਵਿੱਚ ਸੁੱਖ ਦਿੰਦੀ ਆ। ਸੋ ਵਾਹਿਗੁਰੂ ਜਲਾਂ ਥਲਾਂ ਮਹੀਤ ਪਾਪ ਪ੍ਰਿਥਵੀ ਆਲ ਆਕਾਸ਼ ਵਿੱਚ ਪੂਰਨ ਹੈ, ਅਤੇ ਸਾਰੇ ਪਦਾਰਥਾਂ ਵੱਲੋਂ ਤ੍ਰਿਪਤਾਣੇ,
ਰੱਜ ਗਏ ਹਾਂ ਹੁਣ। ਤਮੰਨਾ ਹੀ ਨਹੀਂ ਹੈ, ਕੋਈ ਇੱਛਾ ਹੀ ਫੁਰਦੀ ਨਹੀਂ ਹੈ ਵੀ ਆਹ ਚੀਜ਼ ਖਾਣੀ ਆ ਜਾਂ ਪਹਿਨਣੀ ਆ ਜਾਂ ਇਹਦੀ ਹੈ। ਅਖੀਰ ਤਾਂ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਕਿ ਬੰਦਾ ਕਹਿੰਦਾ ਮਾੜਾ ਜਿਹਾ ਪੈਣ ਨੂੰ ਇੱਕ ਥਾਂ ਜਿਹਾ ਚਾਹੀਦਾ, 2 ਫੁਲਕੇ ਜੇ ਬਹੁਤ ਹੈ, ਬਸ ਭਗਤੀ ਕਰੀਏ। ਫਿਰ ਉਹ ਉਸ ਅਵਸਥਾ ਚਲਿਆ ਜਾਂਦਾ, ਹੋਰ ਗੱਲਾਂ ਛੱਡੋ, ਮੈਨੂੰ ਭਗਤੀ ਕਰਨ ਦਿਓ, ਮੈਨੂੰ ਆਪਣਾ ਨਾਮ ਰੂਪੀ ਭੋਜਨ ਖਾਣ ਦਿਓ। ਮਨ ਕੀ ਇੱਛ ਪੁਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ। ਜਿਹੜਾ ਵਾਹਿਗੁਰੂ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ, ਉਹ ਸਦਾ ਸਰੂਪ ਅਕਾਲ ਪੁਰਖ 'ਚ ਸਦਾ ਰਹਿਣ ਵਾਲਾ, ਉਹ ਵਾਹਿਗੁਰੂ ਤੋਂ ਮੈਂ ਸਦਾ ਹੀ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ। ਦੁੱਖਾਂ ਦੇ ਨਾਸ਼ ਕਰਨ ਵਾਲੇ ਵਾਹਿਗੁਰੂ ਦਾ ਨਾਮ ਦਾਨ ਜਿਹੜਾ ਗੁਰਾਂ ਨੇ ਸਾਨੂੰ ਦਿੱਤਾ ਹੈ, ਦਾਨ ਕੀਆ ਦੁਖ ਭੰਜਨ, ਗੁਰਾਂ ਨੇ ਕੀਤੀ ਕਿਰਪਾ ਹੈ। ਇਸ ਕਰਕੇ ਅਸੀਂ ਰਸਾਲੀ ਹੁੰਦਾ ਰਸ ਆਲੀ, ਆਲ ਹੁੰਦਾ ਘਰ, ਰਸਾਂ ਦਾ ਜੋ ਘਰ ਹੈ, ਰਸਾਂ ਦੇ ਘਰ ਵਾਹਿਗੁਰੂ ਦੇ ਰੰਗ, ਰੰਗ ਹੁੰਦਾ ਪ੍ਰੇਮ, ਪ੍ਰੇਮ ਵਿੱਚ ਰੱਤੇ ਗਏ ਆ। ਪ੍ਰਮਾਤਮਾ ਦਾ ਪ੍ਰੇਮ ਹੁਣ ਮਨ 'ਚ ਪੈਦਾ ਹੋ ਗਿਆ। ਮਾਝ ਮਹੱਲਾ ਪੰਜਵਾ। ਮਨ ਤਨ ਤੇਰਾ ਧਨ ਪੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਪੰਜਵੇਂ ਪਾਤਸ਼ਾਹ ਮਾਝ ਰਾਗ 40ਵਾਂ ਸ਼ਬਦ ਬਖਸ਼ਿਸ਼ ਕਰਦੇ 106 ਅੰਗ ਤੇ। ਇਹ ਵਾਹਿਗੁਰੂ ਮਨ ਵੀ ਤੇਰਾ, ਇਹ ਤਨ ਵੀ ਤੇਰਾ, ਇਹ ਧਨ ਵੀ ਤੇਰਾ ਹੀ ਹੈ, ਸੱਚਮੁੱਚ ਤੇਰਾ ਹੀ ਹੈ। ਉੱਤੋਂ ਤੋਂ ਨਹੀਂ ਕਹਿੰਦੇ ਅਸੀਂ, ਸਭ ਤੁਹਾਡਾ ਹੀ ਦਿੱਤਾ ਹੋਇਆ। ਅਸਲੀਅਤ ਵੀ ਇਹੀ ਹੈ, ਦਿੱਤਾ ਤਾਂ ਤੁਸੀਂ ਹੀ ਹੈ ਸਾਰਾ ਕੁਝ। ਜਦੋਂ ਦੁਨੀਆ 'ਚ ਆਏ ਸੀ ਕੀ ਸੀ ਸਾਡੇ ਹੱਥ 'ਚ? ਆਹ ਸਭ ਤੁਹਾਡੀ ਕਿਰਪਾ ਨਾਲ ਮਿਲਿਆ। ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਇਸ ਕਰਕੇ ਤੁਸੀਂ ਹੀ ਮੇਰੇ ਸੁਆਮੀ ਮਾਲਕ ਹੋ, ਉਤਪਤੀ ਲੈਤਾ ਪਾਲਣਾ ਕਰਨ ਵਾਲੇ ਤੁਸੀਂ ਹੀ ਮੇਰੇ ਮਾਲਕ ਹੋ। ਹੋਰ ਮੇਰਾ ਮਾਲਕ ਕੌਣ? ਮੇਰਾ ਮਾਲਕ ਉਹੀ ਹੋ ਸਕਦਾ ਜਿਹਨੇ ਮੈਨੂੰ ਤਨ ਦਿੱਤਾ, ਧਨ ਦਿੱਤਾ, ਮਨ ਦਿੱਤਾ। ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ। ਇਹ ਜੀਵ ਨੂੰ ਜਿਹੜਾ ਪਿੰਡ ਹੁੰਦਾ ਸਰੀਰ, ਇਹ ਸਰੀਰ ਆਦਿਕ ਸਾਰੀ ਜਿਹੜੀ ਰਾਸ ਹੁੰਦੀ ਪੂੰਜੀ, ਸਵਾਸਾਂ ਰੂਪ ਪੂੰਜੀ ਆਪ ਦੀ ਬਖਸ਼ੀ ਹੋਈ ਹੈ। ਧਨ ਵੀ ਤੁਸੀਂ ਦਿੱਤਾ, ਹੋਰ ਸਭ ਕੁਛ। ਇਹ ਧਰਤੀ ਦੇ ਪਾਲਣਹਾਰੇ ਗੋਪਾਲ ਪਰਮੇਸ਼ਰ ਜੀ, ਮੈਨੂੰ ਤਾਂ ਤੇਰਾ ਹੀ ਆਸਰਾ ਹੈ, ਤੇਰਾ ਹੀ ਬਲ ਹੈ, ਜ਼ੋਰ ਤੇਰਾ ਜ਼ੋਰ। ਇਹ ਗੋਪਾਲ ਪਰਮੇਸ਼ਰ ਜੀ, ਮੈਨੂੰ ਤਾਂ ਤੇਰਾ ਜ਼ੋਰ ਦਾ ਅਰਥ ਹੈ ਗਿਆਨ। ਤੁਸੀਂ ਹੀ ਮੈਨੂੰ ਗਿਆਨ ਦਿੱਤਾ, ਤੁਸੀਂ ਹੀ ਬਲ ਦਿੱਤਾ, ਆਤਮਿਕ ਬਲ, ਸਰੀਰਕ ਬਲ, ਵਿਦਿਆ ਦਾ ਬਲ, ਭਰਾਵਾਂ ਦਾ ਬਲ, ਜਿੰਨੇ ਵੀ ਬਲ ਮਿਲੇ ਨੇ, ਮੈਂ ਬਲ ਹਾਰ ਜਾਵਾਂ ਥੋਤੋਂ, ਸਾਰੇ ਬਲ ਥੋਤੋਂ ਹਾਰ ਜਾਣਾ ਮੈਂ, ਭਾਵ ਤੁਹਾਡੇ ਤੋਂ ਕੁਰਬਾਨ ਕਰਦਿਆਂ ਸਾਰਾ ਕੁਝ। ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾਂ ਤੇਰੀ ਪਾਈ। ਇਹ ਸਦਾ ਨਿਤ ਸਰੂਪ ਪ੍ਰਮਾਤਮਾ ਜੀ, ਤੁਸੀਂ ਸਦਾ ਹੀ ਸੁੱਖਾਂ ਦੇ ਦੇਣ ਵਾਲੇ ਹੋ। ਮੈਂ ਨਿਉ ਨਿਉ ਕੇ, ਨਿਵ ਨਿਵ ਕੇ, ਝੁਕ ਝੁਕ ਕੇ ਤੁਹਾਡੇ ਚਰਨੀ ਲੱਗਦਾ, ਲੰਮਾ ਪੈ ਜਾ ਤੁਹਾਡੇ ਚਰਨਾਂ ਤੇ, ਡੰਡੌਤ ਬੰਦਨਾ ਕਰਾਂ ਤੁਹਾਨੂੰ। ਪਰ ਇਹ ਤੁਹਾਡੀ ਜਿਹੜੀ ਭਗਤੀ ਦੀ ਕਾਰ ਹੈ, ਇਹ ਤਾਂ ਹੋ ਸਕਦੀ ਜੇ ਤੁਹਾਨੂੰ ਭਾ ਜਾਈਏ। ਕਾਰ ਕਮਾਵਾਂ ਜੇ ਤੁਧ ਭਾਵਾਂ, ਜਾ ਤੂੰ ਦੇਹ ਦਇਆਲਾ ਜੀਓ। ਇਹ ਦਿਆਲੂ ਵਾਹਿਗੁਰੂ ਪ੍ਰਮਾਤਮਾ ਜੀ, ਜਾਂ ਤੁਸੀਂ ਕਿਰਪਾ ਕਰਕੇ ਦੇਵੋ ਤਾਂ ਮੈਂ ਉਹ ਭਜਨ ਸਿਮਰਨ ਰੂਪੀ ਕੰਮ ਕਰਾਂ ਜਿਹੜੀ ਤੁਹਾਨੂੰ ਭਾ ਜਾਵੇ। ਫਿਰ ਨਾਲ ਇਹ ਵੀ ਹੈ ਕਿ ਭਾਵੇ ਤਾਂ, ਜੇ ਤੁਹਾਨੂੰ ਨਾ ਭਾਈ ਫੇਰ ਇੰਨੀ ਮਿਹਨਤ ਵੀ ਕੀਤੀ ਇੰਨੇ ਸਾਲ। ਇਹ ਗੱਲ ਦਾ ਖਿਆਲ ਰੱਖਣਾ, ਸੇਵਾ ਤੇ ਸਿਮਰਨ ਕਰਦਿਆਂ ਜੇ ਹਉਮੈ ਹੋ ਗਈ ਫਿਰ ਸਾਰਾ ਕੁਝ ਖਰਾਬ ਹੋ ਜਾਣਾ। ਇਹ ਦੋਨੋਂ ਚੀਜ਼ਾਂ ਆਪਸ ਵਿੱਚ ਸੰਬੰਧ ਰੱਖਦੀਆਂ ਨੇ। ਸੇਵਾ ਕਰਨੀ ਹੈ ਤਾਂ ਸਿਮਰਨ ਜ਼ਰੂਰ ਕਰਨਾ ਪੈਣਾ, ਨਹੀਂ ਉਹਨੂੰ ਹਜਮ ਨਹੀਂ ਹੋਣਾ। ਜੇ ਸਿਮਰਨ ਕਰਨਾ, ਉਹਦੀ ਹਉਮੈ ਨੂੰ ਮਾਰਨ ਲਈ ਸੇਵਾ ਜ਼ਰੂਰ ਕਰਨੀ ਹੈ, ਨਹੀਂ ਤਾਂ ਫਿਰ ਸਿਮਰਨ ਦੀ ਹਉਮੈ ਹੋਣੀ ਸ਼ੁਰੂ ਹੋ ਜਾਂਦੀ। ਕੁਦਰਤੀ ਗੱਲ ਇਹ ਜੀਵ ਦੇ ਅੰਦਰ ਹੈ ਹਉਮੈ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ, ਜੋ ਤੂੰ ਦੇਹ ਸੋਈ ਸੁਖ ਸਹਿਣਾ। ਇਹ ਵਾਹਿਗੁਰੂ ਅਸਾਂ ਤੁਹਾਡੇ ਪਾਸੋਂ ਹੀ ਸਭ ਕੁਝ ਲੈਣਾ ਜੀ, ਕਿਉਂਕਿ ਤੁਸੀਂ ਮੇਰੇ ਗਹਿਣੇ ਹੋ। ਗਹਿਣਾ ਮਤਲਬ ਆਸਰਾ, ਉਹ ਗਹਿਣਾ ਨਹੀਂ। ਦੁਨਿਆਵੀ ਗਹਿਣਾ ਤਾਂ ਦੁੱਖਦਾਈ ਹੁੰਦੇ ਨੇ, ਗਹਿਣਾ ਹੁੰਦਾ ਆਸਰਾ। ਪਰਮੇਸ਼ਰ ਮੇਰਾ ਗਹਿਣਾ ਹੈ, ਮੇਰਾ ਨਾਮ, ਪਰਮੇਸ਼ਰ ਦਾ ਜਿਹੜਾ ਨਾਮ ਉਹ ਮੇਰਾ ਗਹਿਣਾ ਹੈ। ਪਰਮੇਸ਼ਰ ਹੀ ਮੇਰਾ ਗਹਿਣਾ ਹੈ। ਸਭ ਤੋਂ ਵਧੀਆ
ਮਾਤਾ ਗੰਗਾ ਜੀ ਨੇ ਜਦ ਕਿਹਾ, ਸਾਰੀਆਂ ਨਾਲ ਦੀਆਂ ਸਹੇਲੀਆਂ ਜਦੋਂ ਗਈਆਂ ਮੱਸਿਆ ਤੇ ਤਰਨ ਤਾਰਨ ਸਾਹਿਬ ਆਪ ਭੇਜਿਆ। ਰਸਤੇ 'ਚ ਸਾਰੀਆਂ ਕਹਿਣ ਲੱਗੀਆਂ, ਤੁਸੀਂ ਏਡੇ ਏਡੇ ਗੁਰੂ ਕੇ ਮਹਿਲ ਹੋ, ਇੰਨੇ ਧਨ ਦੌਲਤ ਆਉਂਦਾ, ਉਹ ਪਿਰਥੀ ਦੇ ਘਰ ਵਾਲੀ ਕਰਮੋਂ ਜਿਹੜੀ ਆ ਉਹ ਤਾਂ ਇੰਨੇ ਕੱਪੜੇ ਸੋਹਣੇ ਪਾ, ਗਹਿਣੇ ਪਾ, ਤੁਸੀਂ ਗੁਰੂ ਕੇ ਮਹਿਲ ਹੋ ਕੇ ਕੁਝ ਵੀ ਨਹੀਂ ਪਾਇਆ, ਨਾ ਹੱਥਾਂ 'ਚ ਨਾ ਕੰਨਾਂ 'ਚ ਕੁਝ ਵੀ ਨਹੀਂ ਪਾਇਆ ਹੋਇਆ। ਹੁਣ ਕਹਿੰਦੇ ਨੇ ਕੁਸੰਗਤ ਦਾ ਅਸਰ ਹੋ ਜਾਂਦਾ ਜੀ, ਇਹੀ ਜੀ ਕੋਈ ਗੱਲ ਕਰਨ ਵਾਲਾ ਮਿਲ ਜੇ ਮਨ ਤੇ ਸੱਟ ਜੀ ਵੱਜੀ, ਸਾਰੀਆਂ ਦੇ ਵਿੱਚ ਮੇਰੀ ਬੇਇੱਜ਼ਤੀ ਵਾਲੀ ਗੱਲ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਮੈਨੂੰ ਅੱਜ ਇਸ ਤਰ੍ਹਾਂ ਕਹਿੰਦੀਆਂ ਸਾਰੀਆਂ ਨਾਲ ਦੀਆਂ। ਸਤਿਗੁਰੂ ਕਹਿੰਦੇ ਇਹ ਸੰਸਾਰੀ ਲੋਕ ਹੁੰਦੇ ਨੇ, ਸੰਸਾਰੀ ਜੀਵ ਨੇ, ਇਹਨਾਂ ਨੂੰ ਕੀ ਪਤਾ ਗਹਿਣਾ ਕੀ ਹੁੰਦਾ। ਮਹਾਰਾਜ ਕਹਿੰਦੇ ਅੰਤ ਨੂੰ ਤੇ ਨਾਮ ਰੂਪੀ ਗਹਿਣੇ ਨੇ ਕੰਮ ਕਰਨਾ। ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਸਤਿਗੁਰੂ ਕਹਿੰਦੇ ਮੈਂ ਐਸਾ ਗਹਿਣਾ ਤੁਹਾਨੂੰ ਦਿਆਂਗਾ ਲੋਕ ਅਤੇ ਪਰਲੋਕ ਵਿੱਚ ਕੰਮ ਦੇਵੇਗਾ। 52 ਅੱਖਰੀ ਬਾਣੀ ਫਿਰ ਉਦੋਂ ਉਚਾਰੀ ਸੀ ਮਹਾਰਾਜ ਨੇ, ਕਹਿੰਦੇ ਲਓ ਇਹ ਗਹਿਣਾ ਹੈ 52 ਅੱਖਰੀ, ਇਹ ਸਵੇਰੇ ਸ਼ਾਮ ਪੜ੍ਹੀ ਜਾਓ, ਇਹਦੇ ਨਾਲ ਹੀ ਸਭ ਕੁਝ ਮਿਲ ਜਾਣਾ। ਜੋ ਤੂੰ ਦੇਵੇਂਗਾ ਉਹੀ ਮੈਂ ਸੁੱਖ ਕਰਕੇ ਸਹਿਣਾ ਹੈ, ਭਾਵ ਸਹਾਰਾਂਗਾ ਜੀ। ਬਸ ਇਹੀ ਗਹਿਣਾ ਹੈ ਕਿ ਨਾਮ ਦਾ ਗਹਿਣਾ। ਜਿੱਥੇ ਰੱਖੈ ਬੈਕੁੰਠਿਤ ਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਇਹ ਵਾਹਿਗੁਰੂ ਜਿੱਥੇ ਤੂੰ ਰੱਖੇਗਾ ਮੈਨੂੰ ਉੱਥੇ ਬੈਕੁੰਠ ਵਰਗਾ ਸੁੱਖ ਹੈ, ਤੂੰ ਹੀ ਸਾਰਿਆਂ ਦੇ ਪਾਲਣ ਵਾਲਾ ਹੈ। ਜਿੱਥੇ ਵਾਹਿਗੁਰੂ ਰੱਖਦਾ ਹੈ ਉੱਥੇ ਹੀ ਸੁੱਖ ਹੈ। ਸੁਤੇ ਸਿੱਧੀ ਜਿੱਥੇ ਰੱਖਦਾ ਰਹੀ ਜਾਓ, ਬਸ ਭਗਤੀ ਨਾ ਛੱਡੋ, ਭਗਤੀ ਕਰੀ ਜਾਓ ਤੇ ਉਹਦੇ ਆਸਰੇ ਰਹੀ ਜਾਓ, ਆਪੇ ਹੀ ਜਿੱਥੇ ਉਹਨੇ ਰੱਖਣਾ ਰੱਖ ਲੈਣਾ। ਕਿਉਂਕਿ ਉਹ ਜੇ ਛੋਟੇ ਬੱਚੇ ਬਣ ਕੇ ਰਹੀਏ, ਬਿਲਕੁਲ ਹੀ ਗੋਦੀ ਦੇ 2 ਮਹੀਨੇ ਦਾ ਨਿਆਣਾ, ਉਹਦੀ ਕੇਅਰ ਸਾਰੀ ਮਾਂ ਆਪੇ ਹੀ ਕਰੀ ਜਾਂਦੀ ਆ, ਉਹਨੇ ਥੋੜ੍ਹੀ ਕਰਨੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਅੱਗੇ ਜੇ ਆਪਾਂ ਛੋਟੇ ਜੇ ਬਣ ਕੇ ਰਹੀਏ, ਨਿਮਰਤਾ ਵਾਂਗੂ, ਕੀੜੀ ਵਾਂਗੂ, ਆਪੇ ਹੀ ਸੰਭਾਲੀ ਜਾਂਦੇ ਨੇ। ਤੇ ਜੇ ਕਹੀਏ ਮੈਨੂੰ ਤਾਂ ਸਾਰਾ ਕੁਝ ਪਤਾ ਜੀ, ਮੈਂ ਸਿਆਣਾ ਬਣ ਗਿਆ, ਕਹਿੰਦੇ ਚੰਗਾ ਫਿਰ ਹੁਣ ਤੂੰ ਆਪੇ ਹੀ ਕਰ ਲੈ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਅੱਗੇ ਛੋਟੇ ਬੱਚੇ ਬਣ ਜਾਓ, ਅਸੀਂ ਤਾਂ ਤੁਹਾਡੇ ਬਾਲ ਗੋਪਾਲ ਹਾਂ ਜੀ। ਸਿਮਰ ਸਿਮਰ ਨਾਨਕ ਸੁਖ ਪਾਇਆ, 8 ਪਹਿਰ ਤੇਰੇ ਗੁਣ ਗਾਇਆ। ਮੈਂ ਤਾਂ ਜੀ ਤੁਹਾਡੇ ਸਿਮਰਨ ਨੂੰ ਸਿਮਰ ਕੇ ਆਤਮਿਕ ਸੁਖ ਪ੍ਰਾਪਤ ਕੀਤਾ। ਸਿਮਰ ਸਿਮਰ ਨਾਨਕ ਸੁਖ ਪਾਇਆ, ਅੰਤਰੀਵ ਸੁਖ ਪ੍ਰਾਪਤ ਕਰ ਲਿਆ। ਫਿਰ 8 ਪਹਿਰ ਮੈਂ ਤੁਹਾਡੇ ਗੁਣਾਂ ਨੂੰ ਹੀ ਗਾਉਂਦਾ ਰਹਿੰਦਾ, ਮੈਨੂੰ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ, ਹੁਣ ਕੁਛ ਨਹੀਂ ਚੰਗਾ ਲੱਗਦਾ। ਜਿਉਂਦੇ ਅਸੀਂ ਵੀ ਤਾਂ ਜਿਉਂਦੇ ਹਾਂ, ਨਾ ਟੀਵੀ, ਨਾ ਅਖਬਾਰ, ਨਾ ਕੁਛ ਹੋਰ, ਨਾ ਹੋਰ। ਕੀ ਗੱਲ ਬੰਦਾ ਚੜ੍ਹਾਈ ਕਰ ਜਾਂਦਾ? ਇਹ ਐਵੇਂ ਹੀ ਖਾਮਖਾਨੀਆਂ ਗੱਲਾਂ ਬਣਾਈਆਂ ਹੋਈਆਂ। ਬਾਹਲੀ ਅਟੈਚਮੈਂਟ ਦਾ ਕੋਈ ਫਾਇਦਾ ਨਹੀਂ ਹੁੰਦਾ ਸੰਸਾਰ ਨਾਲ। ਇਸ ਕਰਕੇ ਜਿਹੜਾ ਭਗਤੀ ਵਾਲੇ ਪਾਸੇ ਲੱਗਣਾ, ਬਹੁਤਾ ਜ਼ਿਆਦਾ ਦੇਖਣ ਦੀ ਲੋੜ ਹੀ ਨਹੀਂ। ਕੀ ਆ, ਕੁਛ ਵੀ ਨਹੀਂ ਹੁੰਦਾ, ਕਿਤੇ ਕੁਛ ਨਹੀਂ ਮਿਲਣਾ। ਮਨ ਦੇ ਟਿਕਾਓ ਨੂੰ ਖਰਾਬ ਕਰਨ ਲਈ ਇਹ ਕਲਯੁਗ ਨੇ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ। ਇਸ ਕਰਕੇ ਜਿੰਨਾ ਪਿੱਛੇ ਨੂੰ ਮੁੜਿਆਓ, ਭਗਤੀ ਵਾਲੇ ਪਾਸੇ ਦਾ ਆਨੰਦ ਮਾਣੋ, ਓਨਾ ਹੀ ਸਭ ਤੋਂ ਵਧੀਆ ਹੈ। ਆ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਮੇਰੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ, ਹੁਣ ਮੈਂ ਕਦੇ ਦੁਖੀ ਨਹੀਂ ਹੁੰਦਾ। ਕਹਿੰਦੇ ਨੇ ਹੌਲੀ ਹੌਲੀ ਵਾਹਿਗੁਰੂ ਦੀ ਕਿਰਪਾ ਨਾਲ ਆਤਮਿਕ ਆਨੰਦ ਆ ਜਾਂਦਾ ਹੈ। 8 ਪਹਿਰ ਆਪਾਂ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ।